ਅਸੀਂ ਬਹੁਤ ਹੀ ਗਰੀਬ ਸੀ। 3 ਭੈਣਾਂ ਸੀ, ਭਾਈ ਨਹੀਂ ਸੀ। ਪਾਪਾ ਇੱਕ ਕੰਪਨੀ ਵਿੱਚ ਕੰਮ ਕਰਦੇ ਸੀ, ਜਿਸ ਨਾਲ ਘਰ ਦਾ ਖਰਚਾ ਚੱਲਦਾ ਸੀ। ਵੱਡੀ ਭੈਣ ਦਾ ਵਿਆਹ ਹੋ ਚੁੱਕਿਆ ਸੀ। ਅਸੀਂ 2 ਭੈਣਾਂ ਕੁਆਰੀਆਂ ਸੀ। ਮੈਂ ਦੂਜੇ ਨੰਬਰ ਤੇ ਸੀ ਤੇ ਮੇਰੇ ਵਿਆਹ ਦਾ ਨੰਬਰ ਸੀ। ਮੈਂ 12ਵੀਂ ਤੱਕ ਪੜ੍ਹਾਈ ਕਰਕੇ ਛੱਡ ਦਿੱਤੀ ਸੀ, ਕਿਉਂਕਿ ਸਾਡੇ ਘਰ ਦੇ ਹਾਲਾਤ ਇੱਦਾਂ ਨਹੀਂ ਸੀ ਕਿ ਅੱਗੇ ਦੀ ਪੜ੍ਹਾਈ ਕਰ ਸਕਾਂ। ਜਦੋਂ ਮਨਦੀਪ ਦੇ ਘਰ ਵਾਲੇ ਮੈਨੂੰ ਦੇਖਣ ਆਏ ਤਾਂ ਮੈਨੂੰ ਪਹਿਲੀ ਹੀ ਨਜ਼ਰ ਵਿੱਚ ਪਸੰਦ ਕਰ ਲਿਆ। ਵਜ੍ਹਾ ਇਹ ਸੀ ਕਿ ਮੈਂ ਬਹੁਤ ਹੀ ਸੁੰਦਰ ਸੀ। ਮੇਰੀ ਸੁੰਦਰਤਾ ਦੀ ਵਜ੍ਹਾ ਨਾਲ ਮਨਦੀਪ ਦੇ ਘਰ ਵਾਲਿਆਂ ਨੇ ਮੈਨੂੰ ਪਹਿਲੀ ਨਜ਼ਰ ਵਿੱਚ ਪਸੰਦ ਕਰ ਲਿਆ। ਮੈਨੂੰ ਤਾਂ ਆਪਣੀ ਕਿਸਮਤ 'ਤੇ ਯਕੀਨ ਨਹੀਂ ਹੋ ਰਿਹਾ ਸੀ, ਕਿਉਂਕਿ ਮਨਦੀਪ ਪੜ੍ਹਿਆ ਲਿਖਿਆ ਤੇ ਬਹੁਤ ਹੀ ਅਮੀਰ ਘਰ ਤੋਂ ਸੀ। ਸਾਡੇ ਘਰ ਵਿੱਚ ਪਰੰਪਰਾ ਸੀ, ਜਾਂ ਫਿਰ ਇਹ ਕਹਿਣਾ ਚਾਹੀਦਾ ਹੈ ਪੁਰਾਣੇ ਰੀਤੀ ਰਿਵਾਜ ਸੀ। ਵਿਆਹ ਤੋਂ ਪਹਿਲਾਂ ਕੁੜੀ ਮੁੰਡੇ ਨੂੰ ਨਹੀਂ ਦੇਖ ਸਕਦੀ ਸੀ। ਮੇਰੇ ਘਰ ਵਾਲਿਆਂ ਦਾ ਤਾਂ ਮੰਨਣਾ ਸੀ ਕਿ ਇਸ ਤਰ੍ਹਾਂ ਕਰਨਾ ਅਸ਼ੁਭ ਹੁੰਦਾ ਹੈ। ਮੈਂ ਵੀ ਮਨਦੀਪ ਨੂੰ ਨਹੀਂ ਦੇਖਿਆ ਸੀ। ਮੈਂ ਆਪਣੀ ਵੱਡੀ ਭੈਣ ਨੂੰ ਪੁੱਛਿਆ, ਦੀਦੀ ਦੱਸੋ ਨਾ, ਮਨਦੀਪ ਦੇਖਣ ਵਿੱਚ ਕਿਵੇਂ ਲੱਗਦਾ ਹੈ? ਤਾਂ ਦੀਦੀ ਨੇ ਮੁਸਕਰਾਉਂਦੇ ਹੋਏ ਕਿਹਾ ਕਿ ਜਲਦੀ ਹੀ ਵਿਆਹ ਹੋਣ ਵਾਲਾ ਹੈ, ਤੂੰ ਖੁਦ ਹੀ ਦੇਖ ਲੈਣਾ ਸੀ। ਭੈਣ ਦੀਆਂ ਗੱਲਾਂ ਤੋਂ ਲੱਗਿਆ ਕਿ ਮਨਦੀਪ ਸੋਹਣਾ ਹੋਵੇਗਾ, ਪਰ ਵਿਆਹ ਦੇ ਬਾਅਦ ਮੇਰੇ ਸਾਰੇ ਅਰਮਾਨਾਂ 'ਤੇ ਪਾਣੀ ਫਿਰ ਗਿਆ। ਮੈਂ ਸੁਹਾਗ ਦੀ ਸੇਜ 'ਤੇ ਬੈਠੀ ਸੀ, ਆਪਣੇ ਪਤੀ ਦਾ ਇੰਤਜ਼ਾਰ ਕਰ ਰਹੀ ਸੀ। ਦਿਲ ਵਿੱਚ ਹਜ਼ਾਰਾਂ ਸੁਪਨੇ ਸਜਾਏ, ਆਉਣ ਵਾਲੇ ਕੱਲ੍ਹ ਬਾਰੇ ਸੋਚ ਰਹੀ ਸੀ। ਸੁਹਾਗ ਰਾਤ ਦੀ ਪਹਿਲੀ ਰਾਤ ਨੂੰ ਲੈ ਕੇ ਜਿਵੇਂ ਮੁੰਡਾ ਹੋਵੇ ਜਾਂ ਕੁੜੀ, ਹਜ਼ਾਰਾਂ ਸੁਪਨੇ ਸਜਾ ਕੇ ਰੱਖਦੇ ਹਨ। ਮੇਰੇ ਵੀ ਕੁਝ ਸੁਪਨੇ ਸੀ। ਸੋਚਿਆ ਸੀ ਮੇਰਾ ਪਤੀ ਆਵੇਗਾ, ਮੇਰੇ ਨਾਲ ਪਿਆਰ ਦੀ ਗੱਲਾਂ ਕਰੇਗਾ, ਮੈਨੂੰ ਮੂੰਹ ਦਿਖਾਈ ਵਿੱਚ ਗਿਫਟ ਦੇਵੇਗਾ, ਪਰ ਮੇਰੇ ਸਾਰੇ ਅਰਮਾਨਾਂ 'ਤੇ ਪਾਣੀ ਫਿਰ ਗਿਆ। ਜਦੋਂ ਮਨਦੀਪ ਕਮਰੇ ਵਿੱਚ ਆਇਆ ਤਾਂ ਉਹਨਾਂ ਨੇ ਮੇਰਾ ਕੁੰਡ ਉਠਾਉਣ ਦੀ ਬਜਾਏ ਬਹੁਤ ਹੀ ਗੁੱਸੇ ਨਾਲ ਕਿਹਾ, ਬੈੱਡ ਤੋਂ ਉਤਰ ਤੇ ਜਾ ਕੇ ਕੱਪੜੇ ਬਦਲ ਕੇ ਸੋ ਜਾ। ਮੈਂ ਹੈਰਾਨ ਰਹਿ ਗਈ। ਪਹਿਲੀ ਰਾਤ ਨੂੰ ਦੁਲਹਨ ਨਾਲ ਇਹ ਗੱਲ ਕਰਨ ਦਾ ਕਿਹੜਾ ਤਰੀਕਾ ਸੀ? ਨਾ ਮੇਰਾ ਕੁੰਡ ਉਠਾਇਆ, ਨਾ ਮੈਨੂੰ ਮੂੰਹ ਦਿਖਾਈ ਦਾ ਗਿਫਟ ਦਿੱਤਾ। ਮੈਂ ਐਵੇਂ ਹੀ ਬੈੱਡ ਤੇ ਬੈਠੀ ਰਹੀ। ਮਨਦੀਪ ਨੇ ਗੁੱਸੇ ਨਾਲ ਮੇਰਾ ਹੱਥ ਫੜ ਕੇ ਮੈਨੂੰ ਬੈੱਡ ਤੋਂ ਹੇਠਾਂ ਉਤਾਰ ਦਿੱਤਾ ਤੇ ਗੁੱਸੇ ਨਾਲ ਬੋਲਿਆ, ਤੈਨੂੰ ਸੁਣਾਈ ਨਹੀਂ ਦਿੰਦਾ? ਮੈਂ ਕਿਹਾ ਹੈ ਕੱਪੜੇ ਬਦਲ ਕੇ ਸੋ ਜਾ। ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ। ਮੈਂ ਚੁੱਪਚਾਪ ਚਲੀ ਗਈ। ਮਨਦੀਪ ਨੂੰ ਦੇਖਦੇ ਹੀ ਦਿਲ ਵਿੱਚ ਦਰਦ ਦੀ ਲਹਿਰ ਦੌੜ ਗਈ ਸੀ। ਮਨਦੀਪ ਤਾਂ ਮੇਰੇ ਵਰਗਾ ਬਿਲਕੁਲ ਵੀ ਨਹੀਂ ਸੀ। ਪਤਾ ਨਹੀਂ ਮੇਰੇ ਪਾਪਾ ਨੇ ਮਨਦੀਪ ਵਿੱਚ ਕੀ ਦੇਖਿਆ ਸੀ। ਸ਼ਾਇਦ ਮੇਰੇ ਮੰਮੀ ਪਾਪਾ ਨੇ ਗਰੀਬੀ ਤੋਂ ਤੰਗ ਆ ਕੇ ਅਤੇ ਦਹੇਜ ਤੋਂ ਬਚਣ ਲਈ ਮਨਦੀਪ ਨਾਲ ਮੇਰਾ ਵਿਆਹ ਕਰਵਾ ਦਿੱਤਾ। ਮਨਦੀਪ ਸਾਂਵਲੇ ਰੰਗ ਦਾ ਸੀ, ਉਮਰ ਵਿੱਚ ਮੇਰੇ ਤੋਂ 10-15 ਸਾਲ ਵੱਡਾ ਸੀ। ਮਨਦੀਪ ਦੇ ਚਿਹਰੇ ਤੇ ਵਿਆਹ ਦੀ ਕੋਈ ਵੀ ਖੁਸ਼ੀ ਨਜ਼ਰ ਨਹੀਂ ਆ ਰਹੀ ਸੀ, ਬਲਕਿ ਉਸਦੇ ਕਹੇ ਹੋਏ ਸ਼ਬਦ ਮੇਰੇ ਦਿਲ ਵਿੱਚ ਤੀਰ ਚਲਾ ਰਹੇ ਸੀ। ਮੈਨੂੰ ਆਪਣੇ ਸਹੁਰੇ ਘਰ ਵਿੱਚ ਕਿਸੇ ਤੋਂ ਕੋਈ ਸ਼ਿਕਾਇਤ ਨਹੀਂ ਸੀ, ਸਿਰਫ ਆਪਣੇ ਮੰਮੀ ਪਾਪਾ ਤੋਂ ਸੀ। ਜੇ ਉਹ ਮੇਰੀ ਮਰਜ਼ੀ ਨੂੰ ਅਹਿਮੀਅਤ ਨਹੀਂ ਦੇਣਾ ਚਾਹੁੰਦੇ ਸੀ ਤਾਂ ਕੋਈ ਗੱਲ ਨਹੀਂ, ਪਰ ਜੋ ਰਿਸ਼ਤਾ ਉਹਨਾਂ ਨੇ ਆਪਣੀ ਮਰਜ਼ੀ ਨਾਲ ਕੀਤਾ ਸੀ, ਘੱਟੋ ਰਿਸ਼ਤਾ ਮੇਰੇ ਬਰਾਬਰ ਦਾ ਤਾਂ ਦੇਖ ਲੈਂਦੇ। ਮਨਦੀਪ ਦੇ ਅੰਦਰ ਕੋਈ ਵੀ ਇਦਾਂ ਦੀ ਗੱਲ ਨਹੀਂ ਸੀ ਜਿਸ ਨੂੰ ਦੇਖ ਕੇ ਮੇਰੇ ਦਿਲ ਨੂੰ ਥੋੜਾ ਬਹੁਤ ਸਕੂਨ ਤਾਂ ਮਿਲਦਾ। ਉਸਦੇ ਬੋਲਣ ਵਿੱਚ ਵੀ ਨਫ਼ਰਤ ਭਰੀ ਹੋਈ ਸੀ। ਮਨਦੀਪ ਨੇ ਮੈਨੂੰ ਛੂਹਣਾ ਤਾਂ ਦੂਰ, ਮੇਰੇ ਨਾਲ ਠੀਕ ਢੰਗ ਨਾਲ ਗੱਲ ਵੀ ਨਹੀਂ ਕੀਤੀ ਤੇ ਕਰਵਟ ਲੈ ਕੇ ਸੋ ਗਿਆ। ਮੈਂ ਵੀ ਆਪਣੇ ਟੁੱਟੇ ਅਰਮਾਨਾਂ ਨੂੰ ਦਿਲ ਵਿੱਚ ਸਮੇਟ ਕੇ ਕਦੋਂ ਸੋ ਗਈ ਪਤਾ ਨਹੀਂ ਚੱਲਿਆ। ਸਵੇਰੇ ਜਦੋਂ ਕਿਸੇ ਨੇ ਦਰਵਾਜ਼ਾ ਖੜਕਾਇਆ ਤਾਂ ਮੇਰੀ ਅੱਖ ਖੁੱਲੀ। ਮੈਂ ਦਰਵਾਜ਼ਾ ਖੋਲ੍ਹਿਆ ਤਾਂ ਮੇਰੇ ਸਾਹਮਣੇ ਮੇਰੀ ਸੱਸ ਖੜੀ ਸੀ। ਬੋਲੀ, ਨੇਹਾ, ਅੱਜ ਮੂੰਹ ਦਿਖਾਈ ਦੀ ਰਸਮ ਹੈ, ਜਲਦੀ ਨਾਲ ਤਿਆਰ ਹੋ ਜਾ, ਰਿਸ਼ਤੇਦਾਰ ਵੀ ਆਉਣ ਵਾਲੇ ਹਨ। ਇਹ ਕਹਿ ਕੇ ਉਹ ਚਲੀ ਗਈ। ਅੱਜ ਮੂੰਹ ਦਿਖਾਈ ਦੀ ਰਸਮ ਸੀ। ਕੱਲ ਵਿਦਾਈ ਹੁੰਦੇ ਹੁੰਦੇ ਬਹੁਤ ਰਾਤ ਹੋ ਗਈ ਸੀ ਤੇ ਸਾਰੀ ਰਸਮ ਦੇ ਬਾਅਦ ਹੀ ਮੈਨੂੰ ਕਮਰੇ ਵਿੱਚ ਬਿਠਾਇਆ ਗਿਆ ਸੀ। ਅਸੀਂ ਬਸ ਨਾਮ ਦੇ ਹੀ ਪਤੀ ਪਤਨੀ ਸੀ। ਸਾਡੇ ਦਿਲ ਬਿਲਕੁਲ ਵੀ ਨਹੀਂ ਮਿਲਦੇ ਸੀ। ਮੈਂ ਤਿਆਰ ਹੋ ਕੇ ਕਮਰੇ ਤੋਂ ਬਾਹਰ ਆਈ ਤਾਂ ਮੇਰੀ ਸੱਸ ਮੇਰੀ ਮੂੰਹ ਦਿਖਾਈ ਦਾ ਜੋੜਾ ਲੈ ਕੇ ਮੇਰੇ ਕਮਰੇ ਵਿੱਚ ਬੈਠੀ ਹੋਈ ਸੀ। ਮੇਰੀ ਸੱਸ ਦੇਖਣ ਵਿੱਚ ਬਹੁਤ ਹੀ ਵੱਡੀ ਔਰਤ ਲੱਗਦੀ ਸੀ, ਜਿਵੇਂ ਬਹੁਤ ਹੀ ਪਿਆਰ ਕਰਨ ਵਾਲੀ ਹੋਵੇ। ਮੈਂ ਤਿਆਰ ਹੋ ਰਹੀ ਸੀ ਕਿ ਮੇਰੀ ਸੱਸ ਨੇ ਆ ਕੇ ਕਿਹਾ, ਥੋੜਾ ਜਲਦੀ ਕਰ, ਰਿਸ਼ਤੇਦਾਰ ਬਸ ਆਉਣ ਵਾਲੇ ਹਨ। ਮੂੰਹ ਦਿਖਾਈ ਦੀ ਰਸਮ ਇੱਕ ਵੱਡੇ ਮੈਰਿਜ ਹਾਲ ਵਿੱਚ ਕੀਤੀ ਗਈ ਸੀ। ਬਹੁਤ ਹੀ ਚੰਗਾ ਇੰਤਜ਼ਾਮ ਸੀ, ਬਹੁਤ ਸਾਰੇ ਲੋਕ ਆਏ ਹੋਏ ਸੀ, ਪਰ ਇਹਨਾਂ ਚੀਜ਼ਾਂ ਦਾ ਕੋਈ ਫਾਇਦਾ ਹੀ ਨਹੀਂ ਸੀ, ਕਿਉਂਕਿ ਮੇਰਾ ਦਿਲ ਕਿਤੇ ਵੀ ਨਹੀਂ ਲੱਗ ਰਿਹਾ ਸੀ। ਹੁਣ ਮੈਂ ਸੋਫੇ ਤੇ ਬੈਠੀ ਹੋਈ ਸੀ। ਉਦੋਂ ਮੇਰੀ ਨਜ਼ਰ ਇੱਕ ਸੋਹਣੇ ਜਿਹੇ ਚਿਹਰੇ ਤੇ ਪਈ। ਉਸਦੇ ਚਿਹਰੇ ਨੂੰ ਦੇਖ ਕੇ ਐਦਾਂ ਮਹਿਸੂਸ ਹੁੰਦਾ ਸੀ ਜਿਵੇਂ ਰੱਬ ਨੇ ਉਸ ਨੂੰ ਆਪਣੇ ਹੱਥਾਂ ਨਾਲ ਬੜੀ ਫੁਰਸਤ ਨਾਲ ਬਣਾਇਆ ਹੋਵੇ।
पर उसके चेहरे ते बहुत उदासी सी। मैं बहुत देर तक उस चेहरे नूं देखती रही। थोड़ी देर विच सारे रिश्तेदार आ गए सी। अजे मूँह दिखाई दी रस्म शुरू नहीं हुई सी कि मेरी सस मेरे कोल आके बैठ गई ते मैनू सारिਆਂ बारे दस्सण लगी। क्योंकि विआह दी रात असीं देर नाल घर पहुंचे सी तां इन्ना समा नहीं सी कि मैं अपने सहुरे विच किसे नाल मुलाकात कर पाउंदी। फिर मेरी सस ने मैनू उस मुंडे नाल मिलवाया जो मेरे सामने बैठा होया सी, जिस दे चेहरे तो मेरी नज़र नहीं हट रही सी। मेरी सस ने दस्सिया कि यह मेरा छोटा मुंडा है, इसका नाम युवराज है। मेरी सस ने युवराज नाल मेरी जान पहचान करवाई तां युवराज ने मेरे वल नज़र उठा के भी नहीं देखा, बस नज़र झुकाई बैठा रहा। मैनू बहुत हैरानी हो रही सी, किद्दां दा दिओर है। अजकल तां दिओर अपनी भाभी नाल इन्ना मजाक करते हैं, पर मेरा दिओर तां इन्ना शर्मीला है कि नज़र भी नहीं उठा रहा। उस समय मैनू मनदीप दी याद आ गई। किन्ना अंतर सी दोवां भरावां विच। एक ही माँ की कुख विचों जन्म लए होए दोवां भाइयां विच जमीन आसमान का अंतर सी। मनदीप नूं बोलण दी तमीज़ नहीं सी, उत्थे युवराज दे चेहरे ते तमीज़ दिखदी सी। मेरे दिल विच फिर दर्द की अग उठी सी। जे मेरे पति का सुभाव मेरे नाल चंगा हुंदा तां मैं उसकी उम्र ते शक्ल सूरत नूं इग्नोर करके उस नाल हसी खुशी जिंदगी बिता लैंदी, पर वो तां मेरे नाल ढंग नाल गल भी नहीं करदा सी। शायद मनदीप दी ते मेरी सोच इसलिए भी नहीं मिलती सी क्योंकि मेरी ते उसकी उम्र विच बहुत फर्क सी। मूँह दिखाई दी रस्म खत्म हो गई ते असीं घर वापस आ गए। मैं बहुत ज़्यादा थक गई सी, इसलिए जल्दी नाल कपड़े बदले ते एक बहुत ही सोहना सूट पा लिया। मैं नवी नवेली दुल्हन सी। इन्हां दिनां विच तां सारियां कुड़ियां नूं सजण सवरण दा बहुत शौक हुंदा है। मनदीप जदों घर विच आया तां जिवें ही मेरे ते उसकी नज़र पई तां मैं समझ रही सी कि मनदीप कहेगा बहुत सुंदर लग रही है, पर मैनू देखदे ही गुस्से नाल बोलिया, एक की पहन रखिया है तू, हुणे इस नूं बदल। चमक धमक वाले कपड़े मैनू बिल्कुल भी पसंद नहीं हैं। ये सूट मेरी मम्मी ने मैनू बहुत प्यार नाल दिता सी। मनदीप दे कहण ते मैं वो सूट बदल दिता। अखां विच हंझू लैके कदों सो गई पता ही नहीं चलिया। मेरे विआह नूं 1 महीना हो गया सी। मैं रसोई विच सारा काम संभाल लिया सी। मेरे सोहरे घर विच सारे लोग बहुत चंगे सी, पर मेरे दिओर युवराज दी तां गल ही वक्री सी। पता नहीं क्यों उसनूं देखदे ही उसनूं देखण दा मन करदा। कदे कदे तां जी चाहुंदा सी कि रिश्तिਆਂ ਦੀ सारी जंजीर टुट जावे ते ਉਹ मेरा हो जावे। कदे कदे अपने ख्याल ते ही मैनू हसी आ जाती सी ते फिर तो अपने ਕੰਮਾਂ ਵਿੱਚ ਲੱਗ ਜਾਂਦੀ। मेरी किस्मत ਵਿੱਚ ਤਾਂ जो लिखिया सी ਉਹ मैनू मिल चुकिया सी। युवराज बारे किवें सोच सकती सी। जिंदगी इसे तरह लंघ रही सी, टुटे हुए अरमानां दी तरह। युवराज सवेरे सवेरे पूजा करता सी। सवेरे सवेरे जदों युवराज रब दी अरदास करता तां दिल नूं बहुत सुकून मिलता सी, पर कदे मेरे नाल नज़र नहीं मिलाई सी। जदों भी गल करता तां नज़रां नीवीं ही रखदा। पता नहीं इन्ना शर्मीला क्यों सी। कदे कदे मैं सोचदी ये किवें मुमकिन है कि एक ही इंसान विच इन्नियां सारियां खूबियां मौजूद होण। हर रोज़ युवराज दी एक ऐदां दी आदत मेरे सामने आउंदी कि उस लई इज्जत ते प्यार मेरे दिल विच होर भी ज़्यादा वध जांदा। ते उत्थे ही मनदीप मेरा पति ऐदां दीयां हरकतां कर दिंदा जिस नाल मैं उस तो होर भी ज़्यादा दूर हो जाती। एक दिन मनदीप ने मैनू कहा कि मेरा नाइट सूट लिया के दे। कमरे विच टीवी का बहुत शोर सी, इसलिए मैं मनदीप की गल नहीं सुनी। उसने दूजी बार फिर मैनू कहा, उस समय भी मैनू सुनाई नहीं दिता। मनदीप ने मैनू फिर इन्ने गुस्से विच बुलाया कि जो शोर कमरे विच सी वो भी घट लगन लग्या। मनदीप की चीख सुन के मेरियां अखां विच हंझू आ गए। कोई अपनी नवी नवेली दुल्हन नाल एवें किवें गल कर सकता है। मनदीप ने कहा, मैनू लगता है कि तैनू कन्नां वाले डॉक्टर नूं दिखाउणा चाहिदा है। मनदीप छोटी जी गल नूं एडा वड्डा कर दिया करदा कि मैं चाह के भी उस कोल नहीं जाना चाहुंदी सी। मेरे दिल विच हौली हौली युवराज का प्यार जगह ले रहा सी। मैनू नहीं पता इस प्यार का की अंजाम सी। मैनू कुछ भी समझ नहीं आ रहा सी कि ਇਹ ਕੀ हो रहा है। मैनू जदों भी मौका मिलता मैं युवराज नूं देखती रहिंदी। कदे कदे मैं युवराज के कमरे विच चली जाती। जदों मैं पहली बार कमरे विच गई सी तां मैं ये देख के हैरान रह गई कि कमरे विच छोटा जिहा मंदिर सी ते जदों भी मैं कमरे विच जांदी मैनू ज़्यादातर युवराज मंदिर विच रब सामने हथ छोड़े खड़ा मिलता।
ਪਤਾ ਨਹੀਂ ਰੱਬ ਤੋਂ ਇਦਾਂ ਦੀ ਕਿਹੜੀ ਚੀਜ਼ ਮੰਗਿਆ ਕਰਦਾ ਸੀ। ਉਸਦੇ ਚਿਹਰੇ ਨੂੰ ਦੇਖ ਕੇ ਲੱਗਦਾ ਸੀ ਜਿਵੇਂ ਕੋਈ ਚੀਜ਼ ਬਹੁਤ ਹੀ ਦਿਲ ਤੋਂ ਮੰਗ ਰਿਹਾ ਹੋਵੇ। ਸ਼ਾਇਦ ਉਸ ਨੂੰ ਵਿਸ਼ਵਾਸ ਹੈ ਕਿ ਰੱਬ ਉਸ ਦੀ ਜ਼ਰੂਰ ਸੁਣੇਗਾ। ਮੈਂ ਯੁਵਰਾਜ ਨੂੰ ਅੱਜ ਤੱਕ ਹੱਸਦੇ ਹੋਏ ਨਹੀਂ ਦੇਖਿਆ ਸੀ। ਜਦੋਂ ਵੀ ਦੇਖਿਆ ਉਦਾਸ ਦੇਖਿਆ। ਮੈਨੂੰ ਯੁਵਰਾਜ ਬਾਰੇ ਜਾਣਨ ਦਾ ਸ਼ੌਂਕ ਸੀ ਕਿ ਭਲਾ ਯੁਵਰਾਜ ਇੰਨਾ ਉਦਾਸ ਕਿਉਂ ਰਹਿੰਦਾ ਹੈ। ਕਦੇ-ਕਦੇ ਆਪਣੀ ਕਿਸਮਤ ਤੇ ਬਹੁਤ ਰੋਣਾ ਆਉਂਦਾ ਕਿ ਜਦੋਂ ਮੇਰਾ ਵਿਆਹ ਇਸ ਘਰ ਵਿੱਚ ਹੋਣਾ ਹੀ ਸੀ ਤਾਂ ਫਿਰ ਯੁਵਰਾਜ ਨਾਲ ਕਿਉਂ ਨਹੀਂ। ਮੈਂ ਆਪਣੇ ਦਿਲ ਦੇ ਬਦਲਦੇ ਜਜ਼ਬਾਤਾਂ ਨਾਲ ਖੁਦ ਹੈਰਾਨ ਸੀ, ਕਿਉਂਕਿ ਮੇਰਾ ਦਿਲ ਯੁਵਰਾਜ ਵੱਲ ਖਿੱਚਦਾ ਰਹਿੰਦਾ ਹੈ। ਸ਼ਾਇਦ ਇਹੀ ਵਜ੍ਹਾ ਸੀ ਕਿ ਮੇਰਾ ਪਤੀ ਮਨਦੀਪ ਮੈਨੂੰ ਪਿਆਰ ਨਹੀਂ ਕਰਦਾ ਸੀ। ਹਰ ਸਮੇਂ ਮੇਰੇ ਤੋਂ ਦੂਰ ਰਹਿੰਦਾ। ਵਿਆਹ ਨੂੰ 2 ਮਹੀਨੇ ਹੋ ਚੁੱਕੇ ਸੀ, ਪਰ ਮਨਦੀਪ ਨੇ ਮੈਨੂੰ ਪਿਆਰ ਕਰਨਾ ਤਾਂ ਦੂਰ, ਮੇਰੇ ਨਾਲ ਸਿੱਧੇ ਮੂੰਹ ਗੱਲ ਤੱਕ ਨਹੀਂ ਕੀਤੀ ਸੀ। ਕਦੇ-ਕਦੇ ਦਿਲ ਕਰਦਾ ਕਿ ਮਨਦੀਪ ਨੂੰ ਸਾਹਮਣੇ ਬਿਠਾ ਕੇ ਪੁੱਛਾਂ, ਫਿਰ ਤੂੰ ਮੇਰੇ ਨਾਲ ਵਿਆਹ ਕਿਉਂ ਕੀਤਾ ਸੀ ਜਦੋਂ ਮੈਨੂੰ ਪਤਨੀ ਹੋਣ ਦਾ ਹੱਕ ਹੀ ਨਹੀਂ ਦੇ ਸਕਦਾ ਸੀ। ਫਿਰ ਮੈਂ ਚੁੱਪ ਹੋ ਜਾਂਦੀ, ਕਿਉਂਕਿ ਮੈਨੂੰ ਪਤਾ ਸੀ ਮਨਦੀਪ ਦਾ ਇਹੀ ਜਵਾਬ ਹੋਵੇਗਾ ਕਿ ਜੇ ਤੂੰ ਮੇਰੇ ਨਾਲ ਨਹੀਂ ਰਹਿਣਾ ਤਾਂ ਚਲੀ ਜਾ, ਕਿਉਂਕਿ ਮਨਦੀਪ ਨੂੰ ਮੇਰੇ ਵਿੱਚ ਬਿਲਕੁਲ ਵੀ ਦਿਲਚਸਪੀ ਨਹੀਂ ਸੀ। ਇੱਕ ਦਿਨ ਮਨਦੀਪ ਨੇ ਮੈਨੂੰ ਚਾਹ ਲਈ ਕਿਹਾ। ਗਲਤੀ ਨਾਲ ਖੰਡ ਪਾਉਣਾ ਭੁੱਲ ਗਈ। ਜਿਵੇਂ ਹੀ ਮਨਦੀਪ ਨੇ ਚਾਹ ਦਾ ਇੱਕ ਘੁੱਟ ਪੀਤਾ ਤਾਂ ਗੁੱਸੇ ਨਾਲ ਚਾਹ ਮੇਰੇ ਵੱਲ ਸੁੱਟ ਦਿੱਤੀ, ਤੇ ਜਿਵੇਂ ਹੀ ਗਰਮ-ਗਰਮ ਚਾਹ ਮੇਰੇ ਪੈਰਾਂ ਤੇ ਆ ਕੇ ਡਿੱਗੀ, ਮੈਂ ਦਰਦ ਨਾਲ ਤੜਫ ਉੱਠੀ। ਮਨਦੀਪ ਉੱਠ ਕੇ ਮੇਰੇ ਕੋਲ ਆਇਆ ਤੇ ਮੈਨੂੰ ਬਾਲਾਂ ਤੋਂ ਫੜਦੇ ਹੋਏ ਗੁੱਸੇ ਨਾਲ ਬੋਲਿਆ, ਤੈਨੂੰ ਚਾਹ ਬਣਾਉਣੀ ਵੀ ਨਹੀਂ ਆਉਂਦੀ ਬੇਵਕੂਫ ਔਰਤ, ਤੈਨੂੰ ਆਪਣੇ ਪਤੀ ਦੀ ਸੇਵਾ ਕਰਨੀ ਵੀ ਨਹੀਂ ਆਉਂਦੀ। ਮੈਂ ਹੈਰਾਨੀ ਨਾਲ ਮਨਦੀਪ ਨੂੰ ਦੇਖਣ ਲੱਗੀ। ਕਿੰਨਾ ਜ਼ਾਲਮ ਇਨਸਾਨ ਹੈ। ਮੈਂ ਤਾਂ ਮਨਦੀਪ ਨੂੰ ਖੁਸ਼ ਕਰਨ ਦੀ ਹਰ ਮੁਮਕਿਨ ਕੋਸ਼ਿਸ਼ ਕਰਦੀ, ਪਰ ਮਨਦੀਪ ਨੇ ਮੇਰੀ ਇੱਕ ਛੋਟੀ ਜਿਹੀ ਗਲਤੀ ਤੇ ਸਾਰੇ ਕੀਤੇ ਕਿਰਾਏ ਤੇ ਪਾਣੀ ਫੇਰ ਦਿੱਤਾ ਸੀ। ਮੈਂ ਰੋਂਦੀ ਹੋਈ ਕਮਰੇ ਤੋਂ ਬਾਹਰ ਨਿਕਲ ਆਈ। ਜਦੋਂ ਸਾਹਮਣੇ ਮੈਨੂੰ ਯੁਵਰਾਜ ਨਜ਼ਰ ਆ ਗਿਆ, ਮੇਰੀਆਂ ਅੱਖਾਂ ਵਿੱਚ ਹੰਝੂ ਦੇਖ ਕੇ ਉਹ ਸ਼ਾਇਦ ਮੇਰੇ ਤੋਂ ਮੇਰੇ ਰੋਣ ਦੀ ਵਜ੍ਹਾ ਪੁੱਛਣਾ ਚਾਹੁੰਦਾ ਸੀ, ਪਰ ਉਹ ਖਾਮੋਸ਼ ਰਿਹਾ। ਉਸਨੇ ਮੈਨੂੰ ਕੁਝ ਨਹੀਂ ਪੁੱਛਿਆ, ਹਾਲਾਂਕਿ ਮੈਂ ਚਾਹੁੰਦੀ ਸੀ ਕਿ ਉਹ ਮੇਰੇ ਤੋਂ ਪੁੱਛੇ ਤੇ ਮੈਂ ਆਪਣਾ ਸਾਰਾ ਦੁੱਖ ਦਰਦ ਉਸਦੇ ਸਾਹਮਣੇ ਖੋਲ ਕੇ ਰੱਖ ਦੇਵਾਂ, ਪਰ ਉਸਨੇ ਕੁਝ ਨਹੀਂ ਬੋਲਿਆ। ਮੈਂ ਚੁੱਪਚਾਪ ਹੰਝੂ ਪੁੱਛਦੇ ਹੋਏ ਰਸੋਈ ਵਿੱਚ ਆ ਗਈ ਤੇ ਆਪਣੇ ਜਲੇ ਹੋਏ ਪੈਰ ਤੇ ਨਾਰੀਅਲ ਦਾ ਤੇਲ ਲਾ ਲਿਆ। ਦਿਨ ਹੌਲੀ-ਹੌਲੀ ਐਦਾਂ ਹੀ ਲੰਘ ਰਹੇ ਸੀ। ਹੁਣ ਤਾਂ ਇਹ ਹਾਲ ਸੀ ਕਿ ਜਦੋਂ ਖਾਣਾ ਬਣਾਉਂਦੀ ਉਦੋਂ ਵੀ ਮੈਨੂੰ ਯੁਵਰਾਜ ਦੀ ਪਸੰਦ ਦਾ ਖਿਆਲ ਹੁੰਦਾ, ਉਸ ਦੀ ਪਸੰਦ ਦਾ ਖਾਣਾ ਬਣਾਉਂਦੀ। ਮੈਨੂੰ ਪਤਾ ਸੀ ਕਿ ਮੈਂ ਗਲਤੀ ਕਰ ਰਹੀ ਹਾਂ, ਪਰ ਮੈਂ ਕੀ ਕਰਦੀ? ਕੁਝ ਮੇਰੇ ਵੱਸ ਵਿੱਚ ਨਹੀਂ ਸੀ। ਸਭ ਕੁਝ ਆਪਣੇ ਆਪ ਹੋ ਰਿਹਾ ਸੀ। ਮਨਦੀਪ ਪੂਰਾ ਦਿਨ ਕੰਮ ਦੇ ਸਿਲਸਿਲੇ ਵਿੱਚ ਬਾਹਰ ਹੁੰਦਾ, ਰਾਤ ਨੂੰ ਘਰ ਆਉਂਦਾ, ਪਰ ਹਰ ਸਮੇਂ ਗੁੱਸੇ ਵਿੱਚ ਰਹਿੰਦਾ। ਛੋਟੀ-ਛੋਟੀ ਗੱਲਾਂ ਤੇ ਚੀਕਦਾ ਚਿল্ਲਾਉਂਦਾ। ਕਦੇ-ਕਦੇ ਤਾਂ ਮੇਰੇ ਉੱਪਰ ਹੱਥ ਵੀ ਉਠਾ ਦਿੰਦਾ। ਮੈਂ ਸ਼ੁਰੂ ਵਿੱਚ ਕੋਸ਼ਿਸ਼ ਵੀ ਕਰਦੀ ਸੀ ਕਿ ਮੈਂ ਇਸ ਰਿਸ਼ਤੇ ਨੂੰ ਨਿਭਾਵਾਂ, ਪਰ ਮੇਰੀ ਸਾਰੀ ਕੋਸ਼ਿਸ਼ ਨਾਕਾਮ ਹੋ ਚੁੱਕੀ ਸੀ। ਮੈਂ ਦਿਲ ਤੋਂ ਇਸ ਰਿਸ਼ਤੇ ਨੂੰ ਨਿਭਾਉਣਾ ਚਾਹੁੰਦੀ ਸੀ, ਕਿਉਂਕਿ ਮੈਂ ਆਪਣੇ ਘਰ ਜਾ ਕੇ ਨਹੀਂ ਕਹਿ ਸਕਦੀ ਸੀ ਕਿ ਮੈਨੂੰ ਮਨਦੀਪ ਨਾਲ ਨਹੀਂ ਰਹਿਣਾ, ਕਿਉਂਕਿ ਹਾਲੇ ਮੇਰੀ ਛੋਟੀ ਭੈਣ ਦਾ ਵਿਆਹ ਬਾਕੀ ਸੀ। ਮੇਰੇ ਮੰਮੀ ਪਾਪਾ ਨੂੰ ਉਸ ਦਾ ਵਿਆਹ ਕਰਾਉਣਾ ਸੀ। ਅਸੀਂ ਗਰੀਬ ਲੋਕ ਸੀ। ਮੇਰਾ ਵਿਆਹ ਇੰਨੀ ਮੁਸ਼ਕਲ ਨਾਲ ਹੋਇਆ ਸੀ, ਫਿਰ ਭਲਾ ਮੈਂ ਇਹ ਕਿਵੇਂ ਕਹਿ ਦਿੰਦੀ ਕਿ ਮੈਨੂੰ ਮਨਦੀਪ ਨਾਲ ਨਹੀਂ ਰਹਿਣਾ। ਪਰ ਮਨਦੀਪ ਦੇ ਬੁਰੇ ਵਰਤਾਵ ਨੇ ਮੇਰੇ ਦਿਲ ਵਿੱਚ ਦਰਾਰ ਪਾ ਦਿੱਤੀ ਸੀ, ਤੇ ਫਿਰ ਮੈਂ ਕੋਸ਼ਿਸ਼ ਕਰਨਾ ਹੀ ਬੰਦ ਕਰ ਦਿੱਤਾ ਸੀ। ਯੁਵਰਾਜ ਪੜ੍ਹਾਈ ਪੂਰੀ ਕਰ ਚੁੱਕਿਆ ਸੀ ਤੇ ਸਰਕਾਰੀ ਨੌਕਰੀ ਦੇ ਚੱਕਰ ਵਿੱਚ ਇੱਧਰ-ਉੱਧਰ ਹੱਥ ਪੈਰ ਮਾਰ ਰਿਹਾ ਸੀ। ਇਸ ਚੱਕਰ ਵਿੱਚ ਯੁਵਰਾਜ ਦਾ ਜ਼ਿਆਦਾ ਸਮਾਂ ਘਰ ਵਿੱਚ ਹੀ ਲੰਘਦਾ ਸੀ। ਮੈਂ ਬਸ ਸਾਰਾ ਦਿਨ ਯੁਵਰਾਜ ਨੂੰ ਜੀਭ ਭਰ ਕੇ ਦੇਖਦੀ ਰਹਿੰਦੀ, ਮੌਕਾ ਪਾ ਕੇ ਉਸ ਨਾਲ ਬੋਲਣ ਦੀ ਕੋਸ਼ਿਸ਼ ਵੀ ਕਰਦੀ, ਪਰ ਉਹ ਮੇਰੀ ਗੱਲਾਂ ਦਾ ਜਵਾਬ ਨਹੀਂ ਦਿੰਦਾ। ਉਸ ਦੀਆਂ ਗੱਲਾਂ ਤੋਂ ਲੱਗਦਾ ਸੀ ਕਿ ਜਿਵੇਂ ਉਹ ਮੇਰੀ ਬਹੁਤ ਹੀ ਇੱਜ਼ਤ ਕਰਦਾ ਹੈ। ਇੱਕ ਪਾਸੇ ਮੇਰਾ ਪਤੀ ਮਨਦੀਪ ਸੀ, ਜਿਸ ਨੂੰ ਬਿਲਕੁਲ ਵੀ ਗੱਲ ਕਰਨ ਦੀ ਤਮੀਜ਼ ਨਹੀਂ ਸੀ। ਕਦੇ-ਕਦੇ ਇਹ ਦੇਖ ਕੇ ਤਾਂ ਹੈਰਾਨੀ ਹੁੰਦੀ ਸੀ ਕਿ ਕੀ ਸੱਚ ਵਿੱਚ ਇਹ ਦੋਵੇਂ ਸਕੇ ਭਾਈ ਹਨ। ਦਿਨੋਂ ਦਿਨ ਮੈਂ ਕਮਜ਼ੋਰ ਹੁੰਦੀ ਜਾ ਰਹੀ ਸੀ। ਮੇਰਾ ਸਫੇਦ ਗੋਰਾ ਰੰਗ ਮੁਰਝਾਉਣ ਲੱਗਿਆ ਸੀ, ਪਰ ਮੇਰੇ ਪਤੀ ਨੂੰ ਤਾਂ ਮੇਰੀ ਕੋਈ ਫਿਕਰ ਨਹੀਂ ਸੀ। ਪਰ ਇੱਕ ਦਿਨ ਮੈਨੂੰ ਬਹੁਤ ਹੈਰਾਨੀ ਹੋਈ ਜਦੋਂ ਯੁਵਰਾਜ ਨੇ ਮੈਨੂੰ ਕਿਹਾ ਕਿ ਤੁਸੀਂ ਆਪਣਾ ਖਿਆਲ ਰੱਖਿਆ ਕਰੋ, ਕਮਜ਼ੋਰ ਹੋ ਰਹੇ ਹੋ। ਮੈਂ ਯੁਵਰਾਜ ਵੱਲ ਦੇਖਣ ਲੱਗੀ। ਹਰ ਸਮੇਂ ਤਾਂ ਉਹ ਨਜ਼ਰਾਂ ਝੁਕਾਏ ਰੱਖਦਾ ਸੀ, ਪਰ ਉਸ ਨੂੰ ਫਿਰ ਵੀ ਮੇਰੇ ਬਾਰੇ ਸਭ ਕੁਝ ਪਤਾ ਹੈ। ਯੁਵਰਾਜ ਦੀ ਗੱਲ ਸੁਣ ਕੇ ਮੈਂ ਖੁਸ਼ ਹੋ ਗਈ। ਮੈਨੂੰ ਪਤਾ ਸੀ ਕਿ ਮੈਂ ਜੋ ਸੋਚ ਰਹੀ ਹਾਂ ਉਹ ਨਾਮੁਮਕਿਨ ਹੈ। ਮੇਰਾ ਵਿਆਹ ਮਨਦੀਪ ਨਾਲ ਹੋ ਚੁੱਕਿਆ ਸੀ ਤੇ ਇਹ ਮੁਮਕਿਨ ਨਹੀਂ ਸੀ ਕਿ ਮੈਂ ਯੁਵਰਾਜ ਦਾ ਸਾਥ ਪਾ ਸਕਾਂ। ਇਸ ਲਈ ਮੈਂ ਆਪਣੇ ਦਿਲ ਨੂੰ ਹੁਣ ਸਮਝਾਉਣ ਲੱਗੀ ਸੀ ਕਿ
ਮਨਦੀਪ ਹੀ ਮੇਰਾ ਨਸੀਬ ਹੈ। ਬਸ ਯੁਵਰਾਜ ਨੂੰ ਦੇਖ ਕੇ ਹੀ ਦਿਲ ਨੂੰ ਸਕੂਨ ਮਿਲ ਜਾਂਦਾ ਸੀ। ਯੁਵਰਾਜ ਦਾ ਪਿਆਰ ਜੋ ਮੇਰੇ ਦਿਲ ਵਿੱਚ ਜਾਗਣ ਲੱਗਿਆ ਸੀ, ਉਸ ਨੂੰ ਮੈਂ ਅੰਦਰ ਹੀ ਅੰਦਰ ਦਫਨਾ ਦਿੱਤਾ। ਮੈਂ ਸੋਚਿਆ, ਉਸ ਰਸਤੇ ਕਿਉਂ ਚੱਲਣਾ ਜਿਸ ਦੀ ਕੋਈ ਮੰਜ਼ਿਲ ਨਾ ਹੋਵੇ। ਹੁਣ ਮੈਂ ਯੁਵਰਾਜ ਨੂੰ ਆਪਣੇ ਇੱਕ ਦੋਸਤ ਦੇ ਰੂਪ ਵਿੱਚ ਦੇਖਣ ਲੱਗੀ ਸੀ। ਮੈਂ ਚਾਹੁੰਦੀ ਸੀ ਕਿ ਘੱਟ ਤੋਂ ਘੱਟ ਯੁਵਰਾਜ ਨਾਲ ਗੱਲ ਕਰਕੇ ਆਪਣੇ ਦਿਲ ਦਾ ਦਰਦ ਤਾਂ ਘੱਟ ਕਰ ਸਕਾਂ। ਪਰ ਯੁਵਰਾਜ ਮੇਰੇ ਨਾਲ ਬਹੁਤ ਘੱਟ ਗੱਲ ਕਰਦਾ ਸੀ, ਪਰ ਜੋ ਵੀ ਇੱਕ ਦੋ ਗੱਲ ਕਰਦਾ ਉਸ ਨਾਲ ਮੇਰੇ ਦਿਲ ਦੇ ਜ਼ਖਮਾਂ ਤੇ ਮਲਮ ਲੱਗ ਜਾਂਦਾ ਸੀ। ਇੱਕ ਦਿਨ ਮਨਦੀਪ ਦੇ ਜ਼ੁਲਮਾਂ ਤੋਂ ਤੰਗ ਆ ਕੇ ਮੈਂ ਆਪਣੀ ਸੱਸ ਨੂੰ ਪੁੱਛ ਲਿਆ, ਮੰਮੀ ਜੀ, ਕੀ ਮਨਦੀਪ ਇਸ ਵਿਆਹ ਤੋਂ ਖੁਸ਼ ਨਹੀਂ ਸੀ? ਮੇਰੀ ਗੱਲ ਸੁਣ ਕੇ ਮੇਰੀ ਸੱਸ ਇੱਕਦਮ ਹੈਰਾਨ ਰਹਿ ਗਈ ਤੇ ਘਬਰਾ ਕੇ ਬੋਲੀ, ਨਹੀਂ, ਇਦਾਂ ਦੀ ਕੋਈ ਗੱਲ ਨਹੀਂ ਸੀ। ਉਸਦੇ ਗੱਲ ਕਰਨ ਦੇ ਅੰਦਾਜ਼ ਤੋਂ ਲੱਗਿਆ ਕਿ ਜਿਵੇਂ ਉਹ ਮੇਰੇ ਤੋਂ ਕੁਝ ਲੁਕੋ ਰਹੀ ਹੈ। ਉਸਨੇ ਗੱਲ ਨੂੰ ਬਦਲ ਦਿੱਤਾ ਤੇ ਕਿਸੇ ਦੂਸਰੇ ਵਿਸ਼ੇ ਤੇ ਗੱਲ ਕਰਨ ਲੱਗੀ। ਪਰ ਮੈਂ ਸਮਝ ਚੁੱਕੀ ਸੀ ਕਿ ਜ਼ਰੂਰ ਮਨਦੀਪ ਇਸ ਵਿਆਹ ਲਈ ਰਾਜ਼ੀ ਨਹੀਂ ਸੀ, ਪਰ ਇਸ ਦੀ ਕੀ ਵਜ੍ਹਾ ਸੀ ਮੈਨੂੰ ਸਮਝ ਵਿੱਚ ਨਹੀਂ ਆਈ। ਫਿਰ ਮੈਂ ਵੀ ਗੱਲ ਬਦਲ ਦਿੱਤੀ ਤੇ ਪੁੱਛਿਆ, ਮੰਮੀ ਜੀ, ਤੁਸੀਂ ਯੁਵਰਾਜ ਦਾ ਵਿਆਹ ਕਦੋਂ ਕਰੋਗੇ? ਮੇਰੀ ਗੱਲ ਸੁਣ ਕੇ ਮੇਰੀ ਸੱਸ ਨੇ ਕਿਹਾ, ਮੈਂ ਯੁਵਰਾਜ ਦਾ ਵਿਆਹ ਨਹੀਂ ਕਰਾਂਗੀ। ਆਪਣੀ ਸੱਸ ਦੇ ਮੂੰਹ ਤੋਂ ਇਹ ਗੱਲ ਸੁਣ ਕੇ ਮੈਂ ਹੈਰਾਨ ਹੋ ਕੇ ਆਪਣੀ ਸੱਸ ਦਾ ਮੂੰਹ ਦੇਖਣ ਲੱਗੀ। ਯੁਵਰਾਜ ਵਿੱਚ ਇਦਾਂ ਦੀ ਕੀ ਕਮੀ ਸੀ ਜੋ ਉਸ ਦਾ ਵਿਆਹ ਨਹੀਂ ਕਰੋਗੇ? ਮੈਂ ਕਿਹਾ, ਪਰ ਮੰਮੀ ਜੀ, ਯੁਵਰਾਜ ਤਾਂ ਇੰਨਾ ਚੰਗਾ ਇਨਸਾਨ ਹੈ, ਪੜ੍ਹਿਆ ਲਿਖਿਆ ਤੇ ਸੋਹਣਾ ਮੁੰਡਾ ਹੈ, ਫਿਰ ਤੁਸੀਂ ਉਸ ਦਾ ਵਿਆਹ ਕਿਉਂ ਨਹੀਂ ਕਰੋਗੇ? ਮੇਰੀ ਗੱਲ ਸੁਣ ਕੇ ਮੇਰੀ ਸੱਸ ਨੇ ਕਿਹਾ, ਜ਼ਰੂਰੀ ਨਹੀਂ ਹੈ ਹਰ ਗੱਲ ਦੀ ਵਜ੍ਹਾ ਸਭ ਨੂੰ ਦੱਸੀ ਜਾਵੇ। ਯੁਵਰਾਜ ਨਹੀਂ ਚਾਹੁੰਦਾ ਵਿਆਹ ਕਰਾਉਣਾ, ਇਸ ਲਈ ਮੈਂ ਵੀ ਉਸ ਤੇ ਦਬਾਅ ਨਹੀਂ ਪਾਇਆ। ਬਸ ਇਸ ਦੇ ਇਲਾਵਾ ਕੋਈ ਹੋਰ ਗੱਲ ਨਹੀਂ। ਮੈਨੂੰ ਬਹੁਤ ਹੈਰਾਨੀ ਹੋਈ, ਯੁਵਰਾਜ ਵਿਆਹ ਕਿਉਂ ਨਹੀਂ ਕਰਨਾ ਚਾਹੁੰਦਾ? ਉਸ ਦੇ ਬਾਅਦ ਮੇਰੀ ਸੱਸ ਨੇ ਕੋਈ ਗੱਲ ਨਹੀਂ ਕੀਤੀ ਤੇ ਆਪਣੇ ਕੰਮਾਂ ਵਿੱਚ ਲੱਗ ਗਈ। ਮੈਂ ਵੀ ਉੱਠ ਕੇ ਘਰ ਦੇ ਕੰਮਾਂ ਵਿੱਚ ਲੱਗ ਗਈ। ਪਰ ਇੱਕ ਗੱਲ ਤੇ ਮੈਨੂੰ ਬਹੁਤ ਹੈਰਾਨੀ ਹੁੰਦੀ ਸੀ ਤੇ ਉਹ ਇਹ ਸੀ ਕਿ ਮੈਂ ਜਦੋਂ ਵੀ ਯੁਵਰਾਜ ਦੇ ਕਮਰੇ ਵਿੱਚ ਜਾਂਦੀ ਤਾਂ ਯੁਵਰਾਜ ਰੱਬ ਦੇ ਸਾਹਮਣੇ ਖੜੇ ਹੋ ਕੇ ਹੱਥ ਜੋੜ ਕੇ ਪਤਾ ਨਹੀਂ ਮਨ ਹੀ ਮਨ ਕੀ ਮੰਗ ਰਿਹਾ ਹੁੰਦਾ ਸੀ। ਉਸ ਦੇ ਮੰਗਣ ਦੇ ਅੰਦਾਜ਼ ਤੋਂ ਲੱਗਦਾ ਸੀ ਉਹ ਆਪਣੇ ਰੱਬ ਤੋਂ ਬਹੁਤ ਹੀ ਕੀਮਤੀ ਚੀਜ਼ ਮੰਗ ਰਿਹਾ ਹੈ। ਮੈਨੂੰ ਬਹੁਤ ਹੈਰਾਨੀ ਹੁੰਦੀ ਸੀ। ਮੈਂ ਜਾਣਨਾ ਚਾਹੁੰਦੀ ਸੀ ਹਰ ਸਮੇਂ ਰੱਬ ਦੇ ਸਾਹਮਣੇ ਹੱਥ ਜੋੜ ਕੇ ਕਿਉਂ ਖੜਾ ਰਹਿੰਦਾ ਹੈ, ਕਿਉਂਕਿ ਅੱਜ ਕੱਲ੍ਹ ਦੇ ਮੁੰਡਿਆਂ ਨੂੰ ਤਾਂ ਪੂਜਾ ਪਾਠ ਵਿੱਚ ਇੰਨਾ ਵਿਸ਼ਵਾਸ ਵੀ ਨਹੀਂ ਹੁੰਦਾ। ਇੱਕ ਦਿਨ ਮੈਂ ਸੋਚਿਆ ਕਿ ਲੁੱਕ ਕੇ ਯੁਵਰਾਜ ਤੇ ਨਜ਼ਰ ਰੱਖਣੀ ਚਾਹੀਦੀ ਹੈ। ਕਿਤੇ ਐਵੇਂ ਤਾਂ ਨਹੀਂ ਕਿ ਯੁਵਰਾਜ ਸਿਰਫ ਮੈਨੂੰ ਦਿਖਾਉਣ ਲਈ ਇੰਨੀ ਪੂਜਾ ਪਾਠ ਕਰਦਾ ਹੈ। ਫਿਰ ਮੈਂ ਲੁੱਕ ਕੇ ਯੁਵਰਾਜ ਤੇ ਨਜ਼ਰ ਰੱਖਣ ਲੱਗੀ, ਪਰ ਯੁਵਰਾਜ ਤਾਂ ਸੱਚਮੁੱਚ ਹੀ ਪੂਜਾ ਪਾਠ ਕਰਦਾ ਸੀ ਜਿੰਨੀ ਪਹਿਲਾਂ ਕਰਦਾ ਸੀ। ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਘਰ ਵਿੱਚ ਮੇਰੀ ਸੱਸ ਵੀ ਇੰਨਾ ਪੂਜਾ ਪਾਠ ਨਹੀਂ ਕਰਦੀ ਸੀ ਜਿੰਨਾ ਯੁਵਰਾਜ ਕਰਦਾ ਸੀ। ਮੈਂ ਹੁਣ ਸਮੇਂ-ਸਮੇਂ ਯੁਵਰਾਜ ਦੇ ਕਮਰੇ ਵਿੱਚ ਜਾਣ ਲੱਗੀ। ਹੁਣ ਯੁਵਰਾਜ ਵੀ ਮੇਰੇ ਨਾਲ ਪਹਿਲਾਂ ਤੋਂ ਜ਼ਿਆਦਾ ਗੱਲਾਂ ਕਰਨ ਲੱਗਿਆ ਸੀ, ਪਰ ਨਜ਼ਰ ਹਮੇਸ਼ਾ ਨੀਵੀਂ ਹੀ ਰੱਖਦਾ ਸੀ। ਮੈਨੂੰ ਅਹਿਸਾਸ ਹੋ ਰਿਹਾ ਸੀ ਜਿਵੇਂ ਕਿ ਮੈਨੂੰ ਆਪਣਾ ਦੋਸਤ ਮੰਨਣ ਲੱਗਿਆ ਹੈ। ਉਸ ਦੀਆਂ ਅੱਖਾਂ ਵਿੱਚ ਮੈਂ ਇੱਕ ਉਦਾਸੀ ਦੇਖੀ ਸੀ। ਕਦੇ-ਕਦੇ ਤਾਂ ਮੈਂ ਉਸ ਦੀਆਂ ਅੱਖਾਂ ਸੁੱਜੀਆਂ ਹੋਈਆਂ ਦੇਖਦੀ ਸੀ। ਇਦਾਂ ਲੱਗਦਾ ਸੀ ਜਿਵੇਂ ਉਹ ਸਾਰੀ ਰਾਤ ਸੋਇਆ ਨਹੀਂ ਹੈ। ਮੈਂ ਚਾਹੁੰਦੀ ਸੀ ਕਿ ਯੁਵਰਾਜ ਮੈਨੂੰ ਆਪਣੀਆਂ ਸਾਰੀਆਂ ਗੱਲਾਂ ਦੱਸੇ, ਆਪਣਾ ਸਾਰਾ ਦੁੱਖ ਦਰਦ ਮੇਰੇ ਨਾਲ ਵੰਡੇ। ਯੁਵਰਾਜ ਮੇਰੇ ਨਾਲ ਬਹੁਤ ਘੱਟ ਗੱਲ ਕਰਦਾ ਸੀ, ਪਰ ਮੈਂ ਸੋਚ ਲਿਆ ਸੀ ਕਿ ਯੁਵਰਾਜ ਬਾਰੇ ਸਭ ਪਤਾ ਕਰਕੇ ਰਹਾਂਗੀ ਤੇ ਇਹ ਵੀ ਜਾਣਨਾ ਚਾਹੁੰਦੀ ਸੀ ਕਿ ਵਿਆਹ ਲਈ ਕਿਉਂ ਮਨਾ ਕਰ ਰਿਹਾ ਹੈ। ਮੈਂ ਆਪਣੀ ਸੱਸ ਨੂੰ ਕਿਹਾ ਕਿ ਮੰਮੀ ਜੀ, ਮੈਨੂੰ ਆਪਣੇ ਮੰਮੀ ਪਾਪਾ ਦੀ ਯਾਦ ਆ ਰਹੀ ਹੈ, ਇਸ ਲਈ ਮੈਂ ਆਪਣੇ ਮੰਮੀ ਪਾਪਾ ਕੋਲ ਜਾ ਰਹੀ ਹਾਂ। ਬਹੁਤ ਦਿਨ ਹੋ ਗਏ ਹਨ, ਉਹਨਾਂ ਦੀ ਯਾਦ ਆ ਰਹੀ ਹੈ। ਮਨਦੀਪ ਕੰਮ ਦੇ ਸਿਲਸਿਲੇ ਵਿੱਚ ਸ਼ਹਿਰ ਤੋਂ ਬਾਹਰ ਗਿਆ ਹੋਇਆ ਸੀ ਤੇ ਮੈਂ ਇਸ ਗੱਲ ਦਾ ਫਾਇਦਾ ਉਠਾਉਣਾ ਚਾਹੁੰਦੀ ਸੀ। ਮੈਂ ਕਿਹਾ ਕਿ 7 ਦਿਨਾਂ ਵਿੱਚ ਆ ਜਾਊਂਗੀ। ਫਿਰ ਮੈਂ ਆਪਣਾ ਸਮਾਨ ਪੈਕ ਕੀਤਾ ਤੇ ਗੱਡੀ ਕਰਾ ਕੇ ਆਪਣੀ ਮੰਮੀ ਦੇ ਘਰ ਚਲੀ ਗਈ। ਪਰ ਮੈਂ ਉੱਥੇ ਪੂਰਾ ਦਿਨ ਰੁਕ ਕੇ ਸ਼ਾਮ ਨੂੰ ਹੀ ਆਪਣੇ ਸਹੁਰੇ ਘਰ ਵਾਪਸ ਆ ਗਈ। ਉਸ ਸਮੇਂ ਤੱਕ ਘਰ ਦਾ ਗੇਟ ਖੁੱਲ੍ਹਿਆ ਹੋਇਆ ਸੀ, ਇਸ ਲਈ ਮੈਂ ਲੁੱਕ ਕੇ ਅੰਦਰ ਆ ਗਈ। ਮੈਨੂੰ ਅੰਦਰ ਆਉਂਦੇ ਹੋਏ ਕਿਸੇ ਨੇ ਨਹੀਂ ਦੇਖਿਆ। ਮੈਂ ਦੱਬੇ ਪੈਰ ਚੱਲਦੀ ਹੋਈ ਯੁਵਰਾਜ ਦੇ ਕਮਰੇ ਵਿੱਚ ਆ ਗਈ, ਲੁੱਕ ਕੇ ਬੈਠ ਗਈ। ਮੈਂ ਸੋਚ ਲਿਆ ਸੀ ਕਿ ਜੇ ਘਰ ਦੇ ਅੰਦਰ ਆਉਂਦੇ ਹੋਏ ਮੈਨੂੰ ਕਿਸੇ ਨੇ ਦੇਖ ਲਿਆ ਤਾਂ ਮੈਂ ਇਹ ਕਹਿ ਦਊਂਗੀ ਕਿ ਮੰਮੀ ਦੇ ਘਰ ਮੇਰਾ ਮਨ ਨਹੀਂ ਲੱਗਿਆ, ਇਸ ਲਈ ਜਲਦੀ ਆ ਗਈ। ਜਦੋਂ ਮੈਂ ਯੁਵਰਾਜ ਦੇ ਕਮਰੇ ਵਿੱਚ ਗਈ ਸੀ ਤਾਂ ਉਸ ਸਮੇਂ ਯੁਵਰਾਜ ਦੇ ਕਮਰੇ ਵਿੱਚ ਕੋਈ ਨਹੀਂ ਸੀ। ਮੈਂ ਇਸ ਗੱਲ ਦਾ ਫਾਇਦਾ ਉਠਾਇਆ ਤੇ ਕਮਰੇ ਦੀ ਤਲਾਸ਼ੀ ਲੈਣ ਲੱਗੀ ਤੇ ਮੈਨੂੰ ਲੱਗਿਆ ਕਿ ਕੋਈ ਕਮਰੇ ਵਿੱਚ ਆ ਰਿਹਾ ਹੈ। ਮੈਂ ਤੁਰੰਤ ਲੁਕ ਗਈ। ਯੁਵਰਾਜ ਨੇ ਦਰਵਾਜ਼ਾ ਖੋਲ੍ਹਿਆ ਤੇ ਅੰਦਰ ਆਇਆ। ਮੈਂ ਬਹੁਤ ਜ਼ਿਆਦਾ ਡਰ ਰਹੀ ਸੀ ਕਿ ਕਿਤੇ ਯੁਵਰਾਜ ਮੈਨੂੰ ਦੇਖ ਨਾ ਲਵੇ, ਪਰ ਸ਼ੁਕਰ ਹੈ ਉਸਨੇ ਮੈਨੂੰ ਨਹੀਂ ਦੇਖਿਆ। ਮੈਂ ਇਸ ਇੰਤਜ਼ਾਰ ਵਿੱਚ ਸੀ ਕਿ
युवराज कुछ इदां दा करेगा जिस नाल मैनूं पता चल जावे कि युवराज दे मन विच की है। मैं हुण ये सोच रही सी कि युवराज मंदिर वल चला गया ते रब दे सामने हथ जोड़ के खड़ा हो गया। मैं युवराज ते नज़र रखी हुई सी। उस समय मैनूं कुछ सुनाई दिता। युवराज रब तो कुछ मंग रहा सी। आवाज़ बहुत उच्ची तां नहीं सी, पर मैनूं फिर भी सुनाई दे रहा सी। युवराज जो अपनी अरदास विच मंग रहा सी, उसनूं सुन के मेरे पैरां थल्लों जमीन निकल गई। मैनूं अपनी किस्मत ते रोना आ गया। मैनूं एवें लग रहा सी कि मैं अपना सिर कंध ते दे मारा। युवराज अपनी अरदास विच जो मंग रहा सी, मैनूं उस ते यकीन ही नहीं आ रहा सी कि सच विच ਇਹ ਹਕੀਕਤ ਹੈ। युवराज अपनी अरदास विच मंग रहा सी कि ਉਹ जिस कुड़ी ਨੂੰ ਪਿਆਰ ਕਰਦਾ ਹੈ ਉਹ ਅੱਜ ਕਿਸੇ ਹੋਰ ਦੀ ਪਤਨੀ ਹੈ ਜਿਸ ਨਾਲ ਮੈਂ ਵਿਆਹ ਕਰਨਾ ਚਾਹੁੰਦਾ ਸੀ। ਉਸ ਦਾ ਵਿਆਹ ਕਿਸੇ ਹੋਰ ਨਾਲ ਹੋ ਚੁੱਕਿਆ ਹੈ। ਉਸ ਨੇ ਰੱਬ ਨੂੰ ਹੱਥ ਜੋੜ ਕੇ ਕਿਹਾ ਸੀ ਕਿ ਉਹ ਉਸ ਕੁੜੀ ਨਾਲ ਵਿਆਹ ਕਰ ਸਕਦਾ ਸੀ, ਪਰ ਉਹ ਉਸ ਕੁੜੀ ਦੀ ਜ਼ਿੰਦਗੀ ਬਰਬਾਦ ਨਹੀਂ ਕਰਨਾ ਚਾਹੁੰਦਾ ਸੀ। ਇਸ ਲਈ ਮੈਂ ਉਸ ਕੁੜੀ ਨਾਲ ਵਿਆਹ ਨਹੀਂ ਕੀਤਾ। ਪਰ ਰੱਬਾ, ਇਹ ਤੂੰ ਕੀ ਖੇਡ ਖੇਡਿਆ ਹੈ? ਜਿਸ ਕੁੜੀ ਨੂੰ ਮੈਂ ਪਿਆਰ ਕਰਦਾ ਸੀ ਉਹ ਕੁੜੀ ਤਾਂ ਮੇਰੇ ਹੀ ਘਰ ਵਿੱਚ ਵਿਆਹ ਕਰਕੇ ਆ ਗਈ। ਮੇਰਾ ਪਿਆਰ ਅੱਜ ਮੇਰੀ ਭਾਬੀ ਬਣ ਗਈ ਹੈ। ਉਹ ਮੇਰੇ ਭਰਾ ਦੀ ਪਤਨੀ ਬਣ ਚੁੱਕੀ ਹੈ। युवराज ਦੇ ਮੂੰਹ ਤੋਂ ਇਹ ਸ਼ਬਦ ਸੁਣ ਕੇ ਮੈਂ ਹੈਰਾਨ ਰਹਿ ਗਈ ਸੀ। ਕੁਝ ਸਮਝ ਨਹੀਂ ਆ ਰਿਹਾ ਸੀ। युवराज ਦੀਆਂ ਅੱਖਾਂ ਵਿੱਚ ਹੰਝੂ ਸੀ ਤੇ ਉਹ ਮੇਰੇ ਬਾਰੇ ਵਿੱਚ ਹੀ ਗੱਲ ਕਰ ਰਿਹਾ ਸੀ। ਇਹ ਸਭ ਸੁਣ ਕੇ ਤਾਂ ਮੇਰੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ। ਮਤਲਬ ਕਿ ਜਿਸ ਮੁੰਡੇ ਨੂੰ ਮੈਂ ਪਿਆਰ ਕਰਦੀ ਸੀ ਉਹ ਵੀ ਮੈਨੂੰ ਪਿਆਰ ਕਰਦਾ ਸੀ। ਉਹ ਵੀ ਵਿਆਹ ਤੋਂ ਪਹਿਲਾਂ ਤੋਂ ਹੀ। ਵਿਆਹ ਕਿਉਂ ਨਹੀਂ ਕੀਤਾ? ਹੁਣ ਮੇਰੇ ਤੋਂ ਬਰਦਾਸ਼ਤ ਨਹੀਂ ਹੋਇਆ ਤੇ ਮੈਂ युवराज ਦੇ ਸਾਹਮਣੇ ਆ ਕੇ ਖੜੀ ਹੋ ਗਈ। युवराज ਮੈਨੂੰ ਆਪਣੇ ਸਾਹਮਣੇ ਇਸ ਤਰ੍ਹਾਂ ਅਚਾਨਕ ਦੇਖ ਕੇ ਘਬਰਾ ਗਿਆ। ਬੋਲਿਆ, ਭਾਬੀ ਤੁਸੀਂ ਇੱਥੇ? ਤੁਸੀਂ ਤਾਂ ਆਪਣੀ ਮੰਮੀ ਦੇ ਘਰ ਗਏ ਸੀ। ਫਿਰ ਅਚਾਨਕ ਮੈਂ ਕਿਹਾ, युवराज ਮੈਂ ਤੇਰੇ ਪਿਆਰ। ਇਹ ਗੱਲ ਸੁਣਦੇ ਹੀ युवराज ਇੱਕਦਮ ਚੌਂਕ ਗਿਆ ਤੇ ਮੂੰਹ ਫੇਰ ਕੇ ਖੜਾ ਹੋ ਗਿਆ ਤੇ ਬੋਲਿਆ, ਭਾਬੀ ਹੁਣ ਇਹਨਾਂ ਗੱਲਾਂ ਦਾ ਕੋਈ ਮਤਲਬ ਨਹੀਂ। ਤੂੰ ਮੇਰੀ ਭਾਬੀ ਹੈ, ਮੇਰੇ ਵੱਡੇ ਭਰਾ ਦੀ ਪਤਨੀ। ਮੈਂ युवराज ਨੂੰ ਆਪਣੇ ਵੱਲ ਘੁਮਾਇਆ ਤੇ ਕਿਹਾ, ਨਹੀਂ युवराज, ਭਾਵੇਂ ਮੈਂ ਤੇਰੇ ਭਰਾ ਦੀ ਪਤਨੀ ਹੋਵਾਂ, ਪਰ ਤੇਰੇ ਭਰਾ ਨੇ ਮੈਨੂੰ ਨਹੀਂ ਅਪਣਾਇਆ ਹੈ। ਪਤਾ ਨਹੀਂ ਉਸਨੇ ਮੇਰੇ ਨਾਲ ਵਿਆਹ ਕਿਉਂ ਕੀਤਾ ਸੀ। ਮੈਂ ਜਦੋਂ ਤੋਂ ਤੈਨੂੰ ਦੇਖਿਆ ਹੈ, ਦਿਲ ਵਿੱਚ ਇਹੀ ਇੱਛਾ ਹੁੰਦੀ ਸੀ ਕਿ ਤੇਰੇ ਵਰਗਾ ਪਤੀ ਮੈਨੂੰ ਮਿਲਿਆ ਹੁੰਦਾ। ਪਰ ਹੁਣ ਇਹ ਜਾਣ ਕੇ ਮੈਨੂੰ ਹੈਰਾਨੀ ਵੀ ਹੈ ਤੇ ਖੁਸ਼ੀ ਵੀ ਕਿ ਤੂੰ ਵੀ ਮੈਨੂੰ ਪਿਆਰ ਕਰਦਾ ਹੈ। ਪਰ ਮੈਨੂੰ ਇੱਕ ਗੱਲ ਜਾਣਨੀ ਹੈ युवराज, ਜਦੋਂ ਤੈਨੂੰ ਮੇਰੇ ਨਾਲ ਪਿਆਰ ਸੀ ਤਾਂ ਤੂੰ ਮੇਰੇ ਨਾਲ ਵਿਆਹ ਕਿਉਂ ਨਹੀਂ ਕੀਤਾ? ਮੈਂ ਤੇਰੀ ਜ਼ਿੰਦਗੀ ਬਰਬਾਦ ਨਹੀਂ ਕਰਨਾ ਚਾਹੁੰਦਾ ਸੀ ਕਿਉਂਕਿ ਮੈਂ ਤੇਰੇ ਕਾਬਿਲ ਨਹੀਂ ਹਾਂ। युवराज ਨੇ ਆਪਣੀ ਸੱਚਾਈ ਦੱਸੀ ਕਿ ਮੈਂ ਤੈਨੂੰ ਇੱਕ ਵਿਆਹ ਵਿੱਚ ਦੇਖਿਆ ਸੀ ਤੇ ਉਸੇ ਸਮੇਂ ਮੈਨੂੰ ਤੇਰੇ ਨਾਲ ਪਿਆਰ ਹੋ ਗਿਆ ਸੀ। ਮੈਂ ਆਪਣੇ ਘਰ ਵਿੱਚ ਆਪਣੀ ਮੰਮੀ ਨੂੰ ਦੱਸਿਆ ਸੀ ਕਿ ਮੈਂ ਇੱਕ ਕੁੜੀ ਨੂੰ ਪਿਆਰ ਕਰਦਾ ਹਾਂ ਤੇ ਉਸ ਨਾਲ ਵਿਆਹ ਕਰਨਾ ਚਾਹੁੰਦਾ ਹਾਂ ਕਿ ਅਚਾਨਕ ਮੇਰੀ ਤਬੀਅਤ ਖਰਾਬ ਰਹਿਣ ਲੱਗੀ ਸੀ। ਡਾਕਟਰ ਨੂੰ ਦਿਖਾਇਆ ਤੇ ਡਾਕਟਰ ਨੇ ਆਪਰੇਸ਼ਨ ਬੋਲਿਆ ਸੀ, ਪਰ ਇਸ ਆਪਰੇਸ਼ਨ ਦੇ ਬਾਅਦ ਮੈਂ ਕਦੇ ਬਾਪ ਨਹੀਂ ਬਣ ਸਕਦਾ। ਮੇਰੀ ਜਾਨ ਬਚਾਉਣ ਲਈ ਆਪਰੇਸ਼ਨ ਕਰਨਾ ਬਹੁਤ ਜ਼ਰੂਰੀ ਸੀ। ਆਪਰੇਸ਼ਨ ਹੋ ਗਿਆ, ਮੇਰੀ ਜ਼ਿੰਦਗੀ ਵੀ ਬਚ ਗਈ, ਪਰ ਮੇਰਾ ਸਭ ਕੁਝ ਖਤਮ ਹੋ ਚੁੱਕਿਆ ਸੀ ਕਿਉਂਕਿ ਮੈਂ ਬਾਪ ਨਹੀਂ ਬਣ ਸਕਦਾ ਸੀ। ਇਸ ਹਾਲ ਵਿੱਚ ਮੈਂ ਤੇਰੇ ਨਾਲ ਵਿਆਹ ਕਰਾ ਕੇ ਤੇਰੀ ਜ਼ਿੰਦਗੀ ਬਰਬਾਦ ਨਹੀਂ ਕਰਨਾ ਚਾਹੁੰਦਾ ਸੀ। ਇਸ ਲਈ ਮੈਂ ਸੋਚਿਆ ਕਿ ਆਪਣੇ ਪਿਆਰ ਨੂੰ ਦਿਲ ਹੀ ਦਿਲ ਵਿੱਚ ਦਫਨ ਕਰ ਦੇਵਾਂਗਾ ਤੇ ਤੈਨੂੰ ਕਦੇ ਨਹੀਂ ਦੱਸਾਂਗਾ। ਪਰ ਸ਼ਾਇਦ ਰੱਬ ਨੂੰ ਪਤਾ ਨਹੀਂ ਕੀ ਮਨਜ਼ੂਰ ਸੀ ਕਿ ਉਹਨਾਂ ਨੇ ਉਸ ਕੁੜੀ ਨੂੰ ਮੇਰੇ ਘਰ ਵਿੱਚ ਮੇਰੀ ਭਾਬੀ ਬਣਾ ਕੇ ਭੇਜ ਦਿੱਤਾ, ਜਿਸ ਨੂੰ ਮੈਂ ਬਹੁਤ ਪਿਆਰ ਕਰਦਾ ਸੀ। ਆਪਣੀਆਂ ਅੱਖਾਂ ਦੇ ਸਾਹਮਣੇ ਦੇਖਦਾ ਹਾਂ। ਮੈਂ ਰੋਜ਼ ਰੱਬ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਮੈਨੂੰ ਇੰਨੀ ਹਿੰਮਤ ਦੇਵੇ, ਇੰਨੀ ਸ਼ਕਤੀ ਦੇਵੇ ਕਿ ਮੈਂ ਆਪਣੇ ਦਿਲ ਵਿੱਚੋਂ ਤੇਰੇ ਪਿਆਰ ਨੂੰ ਕੱਢ ਸਕਾਂ। ਪਰ ਤੇਰਾ ਪਿਆਰ ਦਿਲ ਵਿੱਚੋਂ ਨਿਕਲਦਾ ਹੀ ਨਹੀਂ। ਰੋਜ਼ ਰੱਬ ਤੋਂ ਇਹੀ ਦੁਆ ਮੰਗਦਾ ਹਾਂ, ਪਰ ਜਦੋਂ ਤੈਨੂੰ ਦੇਖਦਾ ਹਾਂ ਤਾਂ ਮੇਰਾ ਪਿਆਰ ਵੱਧ ਜਾਂਦਾ ਹੈ। ਮੈਂ ਕੀ ਕਰਾਂ? ਮੈਂ ਆਪਣੇ ਦਿਲ ਦੇ ਹੱਥੋਂ ਮਜਬੂਰ ਹਾਂ। ਮੈਨੂੰ ਬਸ ਇੰਨਾ ਪਤਾ ਹੈ ਕਿ ਮੈਂ ਤੈਨੂੰ ਪਿਆਰ ਕਰਦਾ ਹਾਂ। युवराज ਦੇ ਮੂੰਹ ਤੋਂ ਇੰਨਾ ਸੁਣਿਆ ਕਿ ਮੈਂ ਇੱਕਦਮ युवराज ਦੇ ਗਲ ਲੱਗ ਗਈ। ਪਰ युवराज ਨੇ ਇੱਕਦਮ ਮੈਨੂੰ ਦੂਰ ਹਟਾ ਦਿੱਤਾ ਤੇ ਕਿਹਾ, ਨਹੀਂ ਨੇਹਾ, ਇਹ ਗਲਤ ਹੈ। ਤੂੰ ਹੁਣ ਮੇਰੀ ਨਹੀਂ ਬਲਕਿ ਭਰਾ ਦੀ ਅਮਾਨਤ ਹੈ। ਮੈਂ युवराज ਨੂੰ ਕਿਹਾ, ਪਰ ਤੇਰਾ ਭਰਾ ਮੈਨੂੰ ਪਿਆਰ ਨਹੀਂ ਕਰਦਾ। ਕਿਉਂ? ਉਹ ਮੇਰੇ ਤੇ ਜ਼ੁਲਮ ਕਰਦਾ ਹੈ, ਮੇਰੇ ਤੋਂ ਦੂਰ ਦੂਰ ਰਹਿੰਦਾ ਹੈ। ਅੱਜ ਤੱਕ ਮਨਦੀਪ ਨੇ ਮੈਨੂੰ ਪਤਨੀ ਹੋਣ ਦਾ ਹੱਕ ਨਹੀਂ ਦਿੱਤਾ। ਤੇ ਫਿਰ युवराज ਨੇ ਮਨਦੀਪ ਦੀ ਸੱਚਾਈ ਦੱਸੀ ਕਿ ਉਹ ਕਿਸੇ ਕੁੜੀ ਨੂੰ ਪਿਆਰ ਕਰਦਾ ਸੀ। ਉਹ ਕੁੜੀ ਵੀ ਮਨਦੀਪ ਨੂੰ ਪਿਆਰ ਕਰਦੀ ਸੀ, ਪਰ ਜਦੋਂ ਵਿਆਹ ਦੀ ਗੱਲ ਕੀਤੀ ਤਾਂ
ਉਸ ਕੁੜੀ ਦਾ ਅਸਲੀ ਚਿਹਰਾ ਸਾਹਮਣੇ ਆ ਗਿਆ। ਉਹ ਇੱਕ ਲਾਲਚੀ ਕੁੜੀ ਸੀ ਤੇ ਮਨਦੀਪ ਦੇ ਰੰਗ ਰੂਪ ਦੀ ਵਜ੍ਹਾ ਨਾਲ ਉਸ ਕੁੜੀ ਨੇ ਮਨਦੀਪ ਨੂੰ ਠੁਕਰਾ ਦਿੱਤਾ, ਕਿਸੇ ਦੂਸਰੇ ਮੁੰਡੇ ਨਾਲ ਵਿਆਹ ਕਰ ਲਿਆ। ਇਹ ਵੀ ਦੱਸਿਆ ਕਿ ਮਨਦੀਪ ਨੇ ਉਸ ਕੁੜੀ ਨਾਲ ਸੱਚਾ ਪਿਆਰ ਕੀਤਾ ਸੀ ਤੇ ਅੱਜ ਤੱਕ ਉਸ ਕੁੜੀ ਨੂੰ ਦਿਲ ਤੋਂ ਨਹੀਂ ਕੱਢ ਪਾਇਆ ਹੈ। ਉਹ ਅੱਜ ਵੀ ਸ਼ਾਇਦ ਉਸ ਕੁੜੀ ਨੂੰ ਪਿਆਰ ਕਰਦਾ ਹੈ। ਤਾਂ ਸ਼ਾਇਦ ਇਹੀ ਵਜ੍ਹਾ ਹੈ ਕਿ ਅੱਜ ਤੱਕ ਮਨਦੀਪ ਨੇ ਮੈਨੂੰ ਅਪਣਾਇਆ ਨਹੀਂ ਹੈ। ਮੈਂ ਫੈਸਲਾ ਕਰ ਲਿਆ ਸੀ ਕਿ ਹੁਣ ਮੈਂ ਮਨਦੀਪ ਦੇ ਨਾਲ ਨਹੀਂ ਰਹਿਣਾ ਚਾਹੁੰਦੀ। ਯੁਵਰਾਜ ਨੇ ਆਪਣੀ ਮਾਂ ਨੂੰ ਇਹ ਵੀ ਦੱਸਿਆ ਕਿ ਇਹੀ ਉਹ ਕੁੜੀ ਹੈ ਜਿਸ ਨਾਲ ਮੈਂ ਵਿਆਹ ਕਰਨਾ ਚਾਹੁੰਦਾ ਸੀ। ਸਾਰੀ ਸੱਚਾਈ ਜਾਣਨ ਤੋਂ ਬਾਅਦ ਮਨਦੀਪ ਨੇ ਖੁਦ ਹੀ ਮੈਨੂੰ ਤਲਾਕ ਦੇ ਦਿੱਤਾ। ਇਸ ਤਰ੍ਹਾਂ ਮੇਰਾ ਤੇ ਯੁਵਰਾਜ ਦਾ ਵਿਆਹ ਹੋ ਗਿਆ। ਤਾਂ ਦੋਸਤੋ, ਕੀ ਮੇਰਾ ਇਹ ਫੈਸਲਾ ਸਹੀ ਸੀ? ਇਸ ਬਾਰੇ ਆਪਣੇ ਕੀਮਤੀ ਵਿਚਾਰ ਕਮੈਂਟ ਜ਼ਰੂਰ ਕਰਨਾ।